ਹੜ੍ਹ ਦੀ ਮਾਰ ਥੱਲੇ ਆਇਆ ਹੋਇਆ ਏਰੀਆ ਕੁਰਾਲੀ ਦਾ। ਇੱਥੇ ਜਦੋਂ ਮੈਂ ਇਹਨੂੰ ਦੇਖ ਰਿਹਾ ਕਿ ਕਿਸ ਤਰੀਕੇ ਦੇ ਹਾਲਾਤ ਹੈ, ਪਾਣੀ ਦੇ ਵਿੱਚ ਕਿੱਦਾਂ ਕਲੋਨੀ ਬਣੀ ਹੋਈ ਹੈ, ਜਿਹੜੀ ਕਿ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ ਕਿ ਪਾਣੀ ਦੇ ਅੰਦਰ ਇਹ ਜਿਹੜੀ ਜਿੱਥੇ ਇੱਕ ਬਹੁਤ ਪੁਰਾਣਾ ਫਲੋ ਇੱਥੇ ਸੈਂਕੜਿਆਂ ਸਾਲਾਂ ਦਾ, ਜਿਹਨੂੰ ਆਪਾਂ ਕਹੀਏ, ਆਪਾਂ ਤਾਂ ਪਿਛਲੇ ਜਦੋਂ ਸਾਡੀ ਕਹ ਲਓ ਵੀ ਸੋਝੀ ਸੰਭਲੀ ਹੈ ਉਦੋਂ ਤੋਂ ਦੇਖਦੇ ਆ ਰਹੇ ਹਾਂ ਕਿ ਇੱਥੇ ਨਦੀ ਦਾ ਜਿਹੜਾ ਏਰੀਆ ਸੀ ਉਹ ਕਿੰਨਾ ਲੰਮਾ ਚੌੜਾ ਸੀ। ਜੇ ਇਹਦਾ ਇੱਧਰਲਾ ਬੰਨਾ ਦੇਖਦੇ ਹਾਂ ਉਹ ਕਿੰਨਾ ਅੱਧੇ ਕਿਲੋਮੀਟਰ 'ਤੇ ਹੋਏਗਾ। ਇਹ ਨਹਿਰ ਦੇ ਮਤਲਬ ਨਦੀ ਦੇ ਵਿੱਚ ਜਿਹੜੀ ਕਲੋਨੀ ਹੈਗੀ ਹੈ, ਕੱਟਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ, ਇਹਦੇ ਨਕਸ਼ੇ ਪਾਸ ਕਿਹਨੇ ਕੀਤੇ ਹੈ, ਇਹ ਜਿਹੜੇ ਸਵਾਲ ਬਹੁਤ ਵੱਡੇ ਖੜੇ ਹੈ, ਜਿਹਦੇ ਕਰਕੇ ਨਾਗਰਿਕ ਦੀਆਂ ਜਾਨਾਂ ਖਤਰੇ ਵਿੱਚ ਪਈਆਂ ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਸਾਰੀ ਉਮਰ ਦੀ ਇੱਕ ਮਕਾਨ ਬਣਾਉਣਾ ਹੋਵੇ ਇੱਕ ਇਨਸਾਨ ਨੇ, ਤੇ ਉਹਨੂੰ ਪਤਾ ਹੁੰਦਾ ਉਹ ਕਿੱਦਾਂ ਬਣਾਉਂਦਾ। ਤੇ ਕੋਠੀਆਂ ਦੇ ਹਾਲਾਤ ਤੇ ਗਿਰੀਆਂ ਹੋਈਆਂ ਕੋਠੀਆਂ ਤੇ ਗਿਰਨ ਕਿਨਾਰੇ ਖੜੀਆਂ ਕੋਠੀਆਂ ਦੱਸ ਰਹੀਆਂ ਹੈਗੀਆਂ ਕਿ ਉਹ ਮਤਲਬ ਕਿਸ ਤਰ੍ਹਾਂ ਦੀ ਮਾਨਸਿਕ ਪੀੜਾ ਚੱਲ ਰਹੇ ਹੋਣੇ, ਕਿੰਨੇ ਕੁ ਡਿਪਰੈਸ਼ਨ 'ਚ ਗਏ ਹੋਣੇ ਤੇ ਕਿੰਨੀ ਉਹਨਾਂ ਦੇ ਉੱਪਰ ਕਰਜ਼ੇ ਖੜੇ ਹੋਣੇ ਜਿਨ੍ਹਾਂ ਨੇ ਆਪਣੀਆਂ ਲੋਨ ਲੈ ਕੇ ਇੱਥੇ ਮਕਾਨ ਬਣਾਏ ਹੈ। ਇਸ ਦੀ ਇਨਕੁਆਰੀ ਤੁਰੰਤ ਜਿਹੜੀ ਹੈ ਹੋਣੀ ਚਾਹੀਦੀ ਹੈ ਕਿ ਇਹ ਕਲੋਨੀਆਂ ਕਿਹਨੇ ਪਾਸ ਕੀਤੀਆਂ, ਇਸ ਨਦੀ ਦੇ ਵਿੱਚ ਕਲੋਨੀਆਂ ਨੂੰ ਪਾਸ ਕਿਹਨੇ ਕੀਤਾ ਤੇ ਇਹਨਾਂ ਦੀ ਜਾਨ ਦੇ ਨਾਲ ਨਾਗਰਿਕ ਦੀ ਖਿਲਵਾੜ ਕਰਨ ਦੇ ਲਈ ਉਹ ਕਿਹੜਾ ਕਾਨੂੰਨ ਹੈ ਜਿਹਨੇ ਇਜਾਜ਼ਤ ਦਿੱਤੀ ਹੈ। ਇਸ ਦੇ ਸੰਬੰਧ ਦੇ ਵਿੱਚ ਮੈਂ ਬੇਨਤੀ ਕੀਤੀ ਹੈ ਐਸਡੀਐਮ ਸਾਹਿਬ ਨੂੰ, ਉਹਨਾਂ ਨੇ ਕਿਹਾ ਵੀ ਦੀ ਇਨਕੁਆਰੀ ਕੀਤੀ ਜਾ ਰਹੀ ਹੈਗੀ ਹੈ। ਤੇ ਹੁਣ ਇਸ ਵੇਲੇ ਸਵਾਲ ਹੈਗਾ ਕਿ ਜੋ ਪਾਣੀ ਦਾ ਰਸਤਾ ਹੈਗਾ, ਇਸ ਵੇਲੇ ਮੈਂ ਦੇਖ ਰਿਹਾ ਕਿ ਪਾਣੀ ਨੇ ਆਪਣਾ ਰਸਤਾ ਪੁਰਾਣਾ ਜਿਹੜਾ ਉਹ ਬਣਾਉਂਦਾ ਆ ਰਿਹਾ ਤੇ ਉਸ ਦੇ ਅੱਗੇ ਕਿੰਨੀ ਪਾਪੂਲੇਸ਼ਨ ਹੈ ਜਿਨ੍ਹਾਂ ਨੇ ਕਿ ਨਕਸ਼ੇ ਪਾਸ ਕਰਵਾਏ ਹੋਏ ਹੈ ਤੇ ਜਿਹੜੇ ਕਿ ਰੈਗੂਲਰ ਆਪਣਾ ਸਾਰਾ ਕੁਝ ਪੇ ਕਰਦੇ ਆ, ਜਿਹੜੇ ਕਿ ਟੈਕਸ ਹੁੰਦੇ ਇਹਨਾਂ ਦੇ, ਤੇ ਇਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਕਿਹਦੀ ਹੈਗੀ ਹੈ। ਤੇ ਜੇਕਰ ਪਾਣੀ ਰਾਤ ਨੂੰ, ਜਿਵੇਂ ਮੌਸਮ ਵਿਭਾਗ ਦੀਆਂ ਖਬਰਾਂ ਬਾਰ-ਬਾਰ ਆ ਰਹੀਆਂ ਵੀ ਪਾਣੀ ਕਿਸੇ ਵੇਲੇ ਵੀ ਛੱਡਣਾ ਪੈ ਸਕਦਾ, ਤੇ ਜੇ ਦੁਬਾਰੇ ਪਾਣੀ ਆ ਗਿਆ ਇਹਨੇ ਆਪਣਾ ਰਸਤਾ ਜਿਸ ਹਿਸਾਬ ਨਾਲ ਬਣਾਇਆ ਹੋਇਆ ਤੇ ਕਿੰਨਾ ਵੱਡਾ ਨੁਕਸਾਨ ਕਰੇਗਾ। ਇਹਨਾਂ ਦਾ ਜਾਨੀ ਨੁਕਸਾਨ ਦੀ ਕੰਪਨਸੇਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ। ਜੇ ਕਿਸੇ ਦਾ ਵੀ ਮਾਲੀ ਨੁਕਸਾਨ ਹੁੰਦਾ ਹੈ, ਆਰਥਿਕ ਪੱਖੋਂ ਹੁੰਦਾ ਹੈ, ਜਾਨੀ ਨੁਕਸਾਨ ਹੁੰਦਾ ਹੈ, ਉਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ, ਇਹ ਸਵਾਲ ਖੜੇ ਆ। ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਪ੍ਰਸ਼ਾਸਨ ਨੂੰ ਕਿ ਤੁਰੰਤ ਇੱਥੇ ਵਿਜ਼ਿਟ ਕੀਤੀ ਜਾਵੇ ਤੇ ਵਿਜ਼ਿਟ ਕਰਕੇ ਸਲਿਊਸ਼ਨ ਦਿੱਤਾ ਜਾਵੇ ਤੇ ਜਿਨ੍ਹਾਂ ਨੇ ਇਹ ਪਾਣੀ ਦੇ ਰਸਤੇ ਦੇ ਵਿੱਚ ਇਹ ਕਲੋਨੀਆਂ ਪਾਈਆਂ, ਮਤਲਬ ਪਾਸ ਕੀਤੀਆਂ, ਨਕਸ਼ੇ ਪਾਸ ਕੀਤੇ ਹੈ, ਉਹਨਾਂ 'ਤੇ ਕਾਨੂੰਨ ਦੇ ਮੁਤਾਬਕ ਲੋੜੀਂਦੀ ਕਾਰਵਾਈ ਕੀਤੀ ਜਾਵੇ। ਨਾਗਰਿਕ ਦੀਆਂ ਜਾਨਾਂ ਤੋਂ ਵੱਧ ਕੇ ਮਤਲਬ ਕੁਝ ਵੀ ਨਹੀਂ ਹੁੰਦਾ ਲੋਕਤੰਤਰ ਦੇ ਵਿੱਚ, ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਕਰਕੇ ਇਹ ਬਿਨਾਂ ਦੇਰੀ, ਕਿਉਂਕਿ ਪਾਣੀ ਰਾਤ ਨੂੰ ਵੀ ਆ ਸਕਦਾ, ਪਾਣੀ 2 ਦਿਨਾਂ ਬਾਅਦ ਵੀ ਆ ਸਕਦਾ, ਪਾਣੀ ਕਿਸੇ ਵੇਲੇ ਵੀ ਆ ਸਕਦਾ, ਤੇ ਇੱਥੇ ਜਿਹੜੇ ਨਾਗਰਿਕ ਰਹਿ ਰਹੇ ਹੈ ਉਹਨਾਂ ਨੂੰ ਇੱਕਦਮ ਸੇਫ ਕਿੱਦਾਂ ਕਰਾਂਗੇ। ਸੇਫ ਕਰਨ ਦੇ ਜੇ ਇੰਤਜ਼ਾਮ ਵੀ ਕਰ ਲਏ, ਬਾਈ ਚਾਂਸ ਜੇ ਕਿਤੇ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਉਹਦੇ ਲਈ ਜ਼ਿੰਮੇਵਾਰੀ ਕਿਹਦੀ ਹੋਊਗੀ। ਇਹ ਬਹੁਤ ਸਾਰੇ ਸਵਾਲ ਖੜੇ ਹੈ। ਮੈਂ ਫਿਰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਤੁਰੰਤ ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਹਦਾ ਸਲਿਊਸ਼ਨ ਦਿੱਤਾ ਜਾਵੇ ਤੇ ਸੰਸਥਾਵਾਂ ਜਿਹੜੀਆਂ ਹੈਗੀਆਂ ਇਹ ਕੀ ਕਰ ਸਕਦੀਆਂ ਹੈਗੀਆਂ ਤੇ ਇਹਨੂੰ ਸੁਝਾਅ ਵੀ ਦਿੱਤਾ ਜਾਵੇ ਤੇ ਕੁਝ ਇਹ ਮਤਲਬ ਟੈਕਨੀਕਲ ਟੀਮ ਭੇਜ ਕੇ ਜੋ ਵੀ ਕੀਤਾ ਜਾ ਸਕਦਾ ਹੈਗਾ। ਸੰਸਥਾਵਾਂ ਆਪਣੇ ਨਾਗਰਿਕਾਂ ਨੂੰ ਬਚਾਉਣ ਦੇ ਲਈ ਵੀ ਅਸੀਂ 24 ਘੰਟੇ ਤਿਆਰ ਹੈਗੇ ਹਾਂ। ਜਿਸ ਤਰ੍ਹਾਂ ਦੀ ਵੀ ਹੈਲਪ ਦੀ ਲੋੜ ਅਸੀਂ ਕਰਨ ਨੂੰ ਤਿਆਰ ਹਾਂ, ਪਰ ਹਰ ਕੀਮਤ ਤੇ ਨਾਗਰਿਕ ਸੇਫ ਹੋਣਾ ਚਾਹੀਦਾ ਹੈ। ਭਾਜੀ ਜਿਹੜੀ ਨਵੀਂ ਇੱਥੇ ਕੁਝ ਹੁਣ ਹੋਰ ਵੀ ਨਵੀਂ ਕਲੋਨੀਆਂ ਕੱਟਣ ਦੀ ਤਾਦਾਦ 'ਚ ਇਸ ਟਾਈਮ ਮਤਲਬ ਨਦੀ ਦੇ ਮੁਹਾਨੇ ਤੇ ਜਾਂ ਨਦੀ ਦੇ ਵਿੱਚ, ਉਹਦੇ ਬਾਰੇ ਕੀ ਕਹਿਣਾ? ਨਦੀ ਦੇ ਵਿੱਚ ਕਲੋਨੀ ਕੱਟਣ ਦਾ ਮਤਲਬ ਆਪਣੇ ਨਾਗਰਿਕ ਨੂੰ ਚੱਕ ਕੇ ਨਦੀ ਦੇ ਵਿੱਚ ਗੇਰ ਦੇਣਾ। ਇਹ ਕਿਹੜੇ ਕਾਨੂੰਨ ਨੇ, ਕਿਸ ਅਧਿਕਾਰੀ ਨੂੰ ਅਧਿਕਾਰ ਦੇ ਦਿੱਤਾ ਤੇ ਇਸ ਤੋਂ ਵੱਡਾ ਲੋਕਤੰਤਰ ਦਾ ਘਾਣ ਤੇ ਜ਼ੁਲਮ ਕੀ ਹੋ ਸਕਦਾ ਹੈ? ਇਸ ਦਾ ਵੀ ਜਵਾਬ ਅਸੀਂ ਮੰਗਦੇ ਹਾਂ। ਕਿੱਦਾਂ ਤੁਸੀਂ ਮਤਲਬ ਨਦੀਆਂ ਦੇ ਵਿੱਚ ਕਲੋਨੀਆਂ ਕਿੱਦਾਂ ਕੱਟ ਦੋਗੇ, ਕਿੱਦਾਂ ਪਾਸ ਕਰ ਦੋਗੇ? ਕਿਹਨੇ ਤੁਹਾਨੂੰ ਅਧਿਕਾਰ ਦੇ ਦਿੱਤਾ? ਕੌਣ ਕਰਦਾ ਇਹ ਕੰਮ? ਜਿਹੜਾ ਕਰਦਾ ਹੈ, ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਥੇ ਹੋਰ ਇੰਨੀਆਂ ਵੱਡੀਆਂ ਇਨਕੁਆਰੀਆਂ ਕਰਕੇ ਇਨਸਾਫ ਦਵਾ ਰਹੇ ਹੋ ਤੇ ਤੁਸੀਂ ਆਹ ਜਿਹੜੀਆਂ ਮਤਲਬ ਨਦੀ ਦੇ ਵਿੱਚ ਮਤਲਬ ਬੰਦਿਆਂ ਨੂੰ ਵਸਾ ਦਿੱਤਾ ਇੱਥੇ, ਤੇ ਇਸ ਦੀ ਤੁਰੰਤ ਇਨਕੁਆਰੀ ਕਰਕੇ ਤੇ ਜਿਹੜੇ ਬੰਦਿਆਂ ਦੇ ਮਤਲਬ ਜਿਨ੍ਹਾਂ ਨੇ ਜਾਨਾਂ ਦੇ ਨਾਲ ਖਿਲਵਾੜ ਕੀਤਾ ਤੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ ਹੈਗੀ ਹੈ ਤੇ ਉਹਨਾਂ ਦੇ ਉੱਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਨਾਗਰਿਕ ਦੀਆਂ ਜਾਨਾਂ ਨੂੰ ਸੇਫ ਕੀਤਾ ਜਾਵੇ। ਤੁਰੰਤ ਸਮੇਂ ਦੀ ਇਸ ਵੇਲੇ ਲੋੜ ਹੈ। ਕਿਸੇ ਵੇਲੇ ਵੀ ਪਾਣੀ ਵੱਧ ਸਕਦਾ ਹੈ, ਕੋਈ ਵੀ ਘਟਨਾ ਘਟ ਸਕਦੀ ਹੈ, ਔਰ ਜੇਕਰ ਕੋਈ ਘਟਨਾ ਘਟਦੀ ਹੈ ਜ਼ਿੰਮੇਵਾਰ ਕੌਣ ਹੋਏਗਾ, ਇਹ ਸਵਾਲ ਖੜਾ ਹੈ ਇਸ ਵੇਲੇ। ਤੁਸੀਂ ਸਰ ਪ੍ਰਸ਼ਾਸਨਿਕ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਕੀਤੀ ਹੈ ਇਸ ਮੁੱਦੇ ਨੂੰ ਲੈ ਕੇ ਜੀ? ਹਾਂ, ਇਸ ਦੇ ਸੰਬੰਧ ਵਿੱਚ ਐਸਡੀਐਮ ਸਾਹਿਬ ਨਾਲ ਗੱਲ ਹੋਈ ਹੈ। ਉਹਨਾਂ ਨੇ ਇਸ ਗੱਲ ਦਾ ਭਰੋਸਾ ਦਵਾਇਆ ਕਿ ਅਸੀਂ ਇਸ ਦੀ ਤੁਰੰਤ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹ ਕਹਿੰਦੇ ਅਸੀਂ ਇਹਦੀ ਇਨਕੁਆਇਰੀ ਕਰ ਰਹੇ ਹਾਂ ਕਿ ਇਹ ਕਿਸ ਨੇ ਪਾਸ ਕੀਤਾ ਹੈਗਾ ਇਸ ਕਲੋਨੀ ਨੂੰ ਇੱਥੇ। ਤੇ ਦੂਜੀ ਗੱਲ ਜਿਹੜੀ ਸੀ ਕਿ ਨਾਲ ਦੀ ਨਾਲ ਵੀ ਅਸੀਂ ਇਹਨਾਂ ਦੇ ਬਚਾਅ ਦੇ ਲਈ ਵੀ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਵਾਇਆ ਕਿ ਅਸੀਂ ਬਚਾਅ ਦੇ ਲਈ ਬਿਲਕੁਲ ਤਿਆਰ ਹੈਗੇ ਹਾਂ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ। ਪਰ ਮੈਂ ਇਸ ਦੇ ਉੱਤੇ ਫਿਰ ਵੀ ਅਜੇ ਸੈਟੀਸਫਾਈਡ ਨਹੀਂ ਹੈਗਾ ਵੀ ਰਾਤ ਨੂੰ ਪਾਣੀ ਆ ਜਾਵੇ ਇੱਕਦਮ ਬਚਾਅ ਦੀ ਕੋਸ਼ਿਸ਼ ਕਰਨਗੇ, ਜੇ ਉਹ ਕਹਿ ਰਹੇ ਆ ਕਰਨਗੇ,
ਪਰ ਜੇ ਕਿਸੇ ਦਾ ਨੁਕਸਾਨ ਹੋ ਗਿਆ ਉਸ ਬਚਾਅ ਦੌਰਾਨ ਫਿਰ ਕੌਣ ਜ਼ਿੰਮੇਵਾਰ ਹੈ? ਇਸ ਕਰਕੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਨਹੀਂ ਛੱਡਿਆ ਜਾ ਸਕਦਾ। ਤੁਰੰਤ ਸੋਲਿਊਸ਼ਨ ਇਸ ਵੇਲੇ ਚਾਹੀਦਾ ਹੈ, ਕਿਉਂਕਿ ਉੱਪਰੋਂ ਮੌਸਮ ਇੱਦਾਂ ਦਾ ਬਣਿਆ ਹੋਇਆ ਹੈ ਕਿ ਪਾਣੀ ਕਿਸੇ ਵੇਲੇ ਵੀ ਆ ਸਕਦਾ ਹੈ। ਇਸ ਕਰਕੇ ਨਾਗਰਿਕ ਦੀ ਜਾਨ ਤੋਂ ਵੱਧ ਕੇ ਸੰਵਿਧਾਨ ਦੇ ਵਿੱਚ ਹੋਰ ਕੁਝ ਨਹੀਂ ਹੈ। ਜੋ ਕੁਝ ਵੀ ਕਰਨਾ ਪੈਂਦਾ ਹੈ ਨਾਗਰਿਕ ਦੀ ਜਾਨ ਨੂੰ ਬਚਾਉਣ ਦੇ ਲਈ। ਕਾਨੂੰਨ ਜਿਹੜੇ ਹੁੰਦੇ ਆ ਨਾਗਰਿਕ ਲਈ ਹੁੰਦੇ ਆ, ਕਾਨੂੰਨਾਂ ਨੂੰ ਨਾਗਰਿਕ ਦੇ ਉੱਤੋਂ ਕੁਰਬਾਨ ਕੀਤਾ ਜਾ ਸਕਦਾ ਹੈ, ਪਰ ਨਾਗਰਿਕ ਨੂੰ ਕਾਨੂੰਨਾਂ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ। ਇਸ ਨੂੰ ਧਿਆਨ 'ਚ ਰੱਖ ਕੇ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ। ਨਦੀ ਦੇ ਵਿੱਚ ਹੁਣ ਵੀ ਦੇਖਿਆ ਜਾ ਰਿਹਾ ਕਿ ਨਦੀ ਦੇ ਬਿਲਕੁਲ ਨਾਲ ਹੀ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਨਵੀਆਂ, ਤੇ ਉਸ ਦੇ ਵਿੱਚ ਕੀ ਪ੍ਰਸ਼ਾਸਨ ਦੀ ਮਿਲੀ ਭੁਗਤ ਨਹੀਂ ਦਿਖਦੀ? ਜੇਕਰ ਕਲੋਨੀ ਜੇ ਕੋਈ ਨਦੀ ਦੇ ਵਿੱਚ ਪਾਸ ਹੁੰਦੀ ਹੈ ਤਾਂ ਇਹ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡਾ ਸਵਾਲ ਹੈ। ਉਸ ਤੋਂ ਬਿਨਾਂ ਕਿਹਦੀ ਹਿੰਮਤ ਹੈਗੀ ਹੈ ਕਿ ਇਸ ਕਲੋਨੀ ਨੂੰ ਇੱਦਾਂ ਪਾਸ ਕਰ ਦੇਵੇ? ਇਹਦੇ ਲਈ ਜ਼ਿੰਮੇਵਾਰੀ ਸਰਕਾਰ ਦੀ ਹੈ, ਸੰਬੰਧਿਤ ਮਹਿਕਮੇ ਦੀ ਹੈ, ਉਸ ਡਿਪਾਰਟਮੈਂਟ ਦੀ ਹੈ। ਕਿਸੇ ਵੀ ਕੀਮਤ 'ਤੇ ਪਬਲਿਕ ਜਿਹੜੀ ਹੈਗੀ ਹੈ ਇਸ ਤਰ੍ਹਾਂ ਆਪਣੀਆਂ ਜਾਨਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੀ। ਪ੍ਰਸ਼ਾਸਨ ਗੰਭੀਰਤਾ ਨਾਲ ਇਸ ਨੂੰ ਵਿਚਾਰੇ ਕਿ ਜਿਹੜੇ ਪਾਣੀ ਦੇ ਫਲੋ ਪਹਿਲਾਂ ਇਹ ਅੱਧੇ ਕਿਲੋਮੀਟਰ ਤੋਂ ਵੱਧ ਮੈਨੂੰ ਤਾਂ ਕਿਲੋਮੀਟਰ ਦੇ ਵਿੱਚ ਨੂੰ ਇਹ ਨਦੀਆਂ ਚੱਲਦੀਆਂ ਸੀ, ਤੇ ਨਦੀਆਂ ਦੇ ਵਿੱਚ ਜਾ ਕੇ ਕਲੋਨੀਆਂ ਕੱਟ ਦੇਣੀਆਂ ਬੰਦਿਆਂ ਨੂੰ, ਉਹਦੇ ਵਿੱਚ ਮਤਲਬ ਇੱਕ ਹਟਾਉਣ ਵਾਲੀ ਗੱਲ ਹੋ ਗਈ। ਤੇ ਆ ਛੋਟਾ ਜਿਹਾ ਤੁਸੀਂ ਪੈਪ ਦੱਬ ਕੇ ਤੇ ਕਿਸ ਨੇ ਇਜਾਜ਼ਤ ਦਿੱਤੀ ਇਹਨਾਂ ਨੂੰ? ਇਹਦੀ ਤੁਰੰਤ ਇਨਕੁਆਇਰੀ ਕਰਨ ਦੀ ਲੋੜ ਹੈ। ਮੈਂ ਫੇਰ ਕਹਿੰਦਾ ਵੀ ਗੰਭੀਰਤਾ ਨਾਲ ਵਿਚਾਰ ਕੇ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ। ਨਾਲ ਦੀ ਨਾਲ ਨਾਗਰਿਕ ਦੀਆਂ ਜਾਨਾਂ ਨੂੰ ਸੇਫ ਕਰਨ ਦੀ ਲੋੜ ਹੈ। ਕਾਨੂੰਨ ਨੂੰ ਇਸ ਦੇ ਵਿੱਚ ਅੜਿੱਕਾ ਨਹੀਂ ਬਣ ਦੇਣਾ ਚਾਹੀਦਾ। ਕਾਨੂੰਨ ਨਾਗਰਿਕ ਦੀ ਸੁਰੱਖਿਆ ਲਈ ਹੈ। ਕਾਨੂੰਨ ਨੂੰ ਕੁਰਬਾਨ ਕੀਤਾ ਜਾ ਸਕਦਾ ਹੈ ਨਾਗਰਿਕ ਨੂੰ ਐਮਰਜੈਂਸੀ ਹਾਲਾਤਾਂ 'ਚ ਬਚਾਉਣ ਦੇ ਲਈ, ਪਰ ਕਾਨੂੰਨ ਤੋਂ ਨਾਗਰਿਕ ਕੁਰਬਾਨ ਨਹੀਂ ਕੀਤੇ ਜਾ ਸਕਦੇ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਰੋਸ ਹੈ ਵੀ ਇਸ ਤਰ੍ਹਾਂ ਨਦੀ ਦੇ ਵਿੱਚ ਕਿਉਂ ਇਹ ਮਕਾਨ ਬਣੇ ਹੋਏ ਹੈ ਤੇ ਕਿਉਂ ਇਹ ਮਤਲਬ ਅਥੋਰਾਈਜ਼ਡ ਕਰ ਦਿੱਤੀਆਂ ਗਈਆਂ ਕਲੋਨੀਆਂ। ਉਧਰ ਗੱਲਬਾਤ ਕਰੋ। ਅੱਛਾ, ਤੁਸੀਂ ਇੱਥੇ ਮਤਲਬ ਕੀ ਮਤਲਬ ਇਸ ਵੇਲੇ ਜਿਹੜੇ ਹੜ੍ਹ ਤੋਂ ਜਿਹੜਾ ਤੁਸੀਂ ਮਤਲਬ ਕਿਸ ਤਰੀਕੇ ਨਾਲ ਪ੍ਰਭਾਵਿਤ ਹੋਏ ਹੈ ਤੇ ਕਿਹਨੂੰ ਤੁਸੀਂ ਅਪਰੋਚ ਕੀਤੀ ਹੈ? ਫਿਰ ਅਪਰੋਚ ਦੇਖੋ ਜੀ ਅਸੀਂ ਤਾਂ ਸਭ ਨਾਲ ਕੀਤੀ ਹੈ। ਜਿਹੜਾ ਲੋਕਲ ਐਮਸੀ ਥਾ, ਐਮਸੀ ਨਾਲ ਵੀ ਗੱਲ ਹੋਈ, ਉਸ ਤੋਂ ਬਾਅਦ ਈਓ ਨਾਲ ਗੱਲ ਹੋਈ ਹੈ, ਐਸਡੀਐਮ ਨਾਲ ਗੱਲ ਹੋਈ ਹੈ। ਉਸ ਤੋਂ ਬਾਅਦ ਅਸੀਂ ਸਪੈਸ਼ਲ ਮਿਲਣੇ ਗਏ ਸੀ ਜਿਹੜੇ ਵਿਧਾਇਕ ਦੇ ਜਿਹੜੇ ਫਾਦਰ ਹੈਗੇ ਉਹਨਾਂ ਨਾਲ ਮਿਲ ਕੇ ਆਏ ਸੀ। तो उन्होंने सब ने बोला कि ठीक है जो भी उसकी कार्रवाई बनती है, चाहे किसी की भी गलती है, पर चाहे प्रशासन की है, चाहे उसने डीलर की गलती है जिसने कॉलोनी पास करवाई है, तो हम इसकी जांच करेंगे। लेकिन 2018 से ये बात हम सुनते आ रहे हैं, इसका कोई भी हल नहीं है अभी तक किसी हमें मिले इसका। 2018 में आपने ये इन्फॉर्मेशन उनको दी थी, डिमांड की थी? हाँ जी, 2018 में भी करी थी हमने। 2018 में यहाँ पर मनीष जी है जो कांग्रेस जी के, वो भी यहाँ पर आके गए हैं इधर। अच्छा, इस समय तक आपको कोई सोल्यूशन नहीं मिला? कुछ नहीं मिला जी। तो आप कहाँ रह रहे हैं इसमें? मेरा मकान भी यहीं साथ पास में है तो जी। मेरा मकान पूरा पानी आया था जी, पूरा पानी भरा था अंदर से, पूरा कीचड़ के था मकान के अंदर। तो आपने क्वेश्चन किया होगा अगर रात को पानी आके हमें कोई नुकसान करता है तो कौन जिम्मेवार है इसके लिए? हमने बहुत करा जी। हम तो ये कह रहे हैं कि अगर कॉलोनी वालों की गलती है या डीलर की गलती है या हमारी गलती है, क्योंकि हमारी गलती है तो बताओ, हमारे पास टैक्स है, हमारे पास नक्शा है मकान का, हमारे पास सारे डॉक्यूमेंट्स हैं जो जिसकी फॉर्मेलिटी से रजिस्ट्रियाँ पास होती हैं। तो हमारी तो गलती है तो हमें बताओ। अगर दिल्ली की गलती है डीलर को पकड़ो, अगर प्रशासन की गलती है प्रशासन को पकड़ो आप। ਇਹ ਨਾਗਰਿਕ ਸਾਡੇ ਮਤਲਬ ਕਿੰਨੀ ਕੁ ਆਪਣੀ ਮਾਨਸਿਕ ਪੀੜਾ ਦੇ ਵਿੱਚੋਂ ਜੋ ਦੱਸ ਰਹੇ ਆ, ਇਹਨਾਂ ਦੀ ਮਾਨਸਿਕ ਪੀੜਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਕਿੱਦਾਂ ਮਕਾਨ ਬਣਾਏ ਜਾਂਦੇ ਆ, ਜਿਹੜੇ ਬਣਾਉਂਦੇ ਆ ਉਹਨਾਂ ਨੂੰ ਪਤਾ ਹੈਗਾ। ਇਹ ਕਹਿੰਦੇ ਵੀ ਅਸੀਂ ਕਾਫੀ ਲੰਮੇ ਸਮੇਂ ਤੋਂ ਇਹ ਕੋਸ਼ਿਸ਼ ਕਰਦੇ ਆ ਰਹੇ ਹਾਂ ਤੇ ਇਸ ਵੇਲੇ ਵੀ ਇਹ ਬਿਲਕੁਲ ਹਾਈ ਰਿਸਕ ਤੇ ਬੈਠੇ ਆ। ਇੱਥੇ ਕਿਸੇ ਵੇਲੇ ਵੀ ਕੋਈ ਪਾਣੀ ਆਵੇ ਤਾਂ ਕੋਈ ਨੁਕਸਾਨ ਹੋ ਸਕਦਾ ਹੈ। ਇਹ ਪੁੱਛ ਰਹੇ ਆ ਵੀ ਸਾਡਾ ਕੀ ਕਸੂਰ ਹੈ, ਕਿ ਸਾਡਾ ਕਸੂਰ ਸਾਨੂੰ ਦੱਸਿਆ ਜਾਵੇ ਕੀ ਹੈ। ਜਿਹਦਾ ਕਸੂਰ ਹੈ ਉਹ ਤੇ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨਾਗਰਿਕਾਂ ਨੂੰ ਸੇਫ ਕੀਤਾ ਜਾਵੇ। ਇਹ मतलब तुम्हारी डिमांड है? हाँ जी, प्रशासन तो मना करता है। प्रशासन मना करता है, देखो जो हमारा काम नहीं है ये बाउंड्री वॉल का या किसी भी चीज़ का काम है। किसके साथ बात हुई थी? हमारी ईओ साहब से बात हुई है, जो परविंदर जी यहाँ पर एमसी के पास बैठे हैं। शहर के निवासी को बचाने के लिए किसका काम है? उन्हीं का काम है। शहर का इंचार्ज कौन है? ईओ। ये तो शहर का इंचार्ज ईओ है। हाँ जी। तो प्रॉब्लम किसने सुननी है और किसने उसने वही सुनेगा जी। तो वो कह रहे हैं जी हम आएंगे, एक या दो बार यहाँ पर आए हैं, उसके बाद कोई यहाँ पर उन्होंने एक बार भी आके यहाँ पे कुछ नहीं दर्शन दिए इन्होंने। तो मैं लोकल एडमिनिस्ट्रेशन ਨੂੰ ਬੇਨਤੀ ਕਰਦਾ ਕਿ ਤੁਰੰਤ ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਤੁਸੀਂ ਇਸ ਦੀ ਰਿਪੋਰਟ ਜਿਹੜੀ ਹੈਗੀ ਹੈ ਡਿਸਟ੍ਰਿਕਟ ਲੈਵਲ ਤੇ ਹਾਈ ਲੈਵਲ ਤੇ ਭੇਜੀ ਜਾਵੇ ਤੇ ਇਸ ਦੇ ਸੋਲੂਸ਼ਨ ਦਿਵਾਉਣ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਲੋਕਲ ਪ੍ਰਸ਼ਾਸਨ ਦੀ ਇਸ ਕਰਕੇ ਹੈ ਕਿਉਂਕਿ ਟੈਕਸ ਜਿਹੜਾ ਹੈਗਾ, ਪੈਸਾ ਜਿਹੜਾ ਹੈਗਾ, ਰੈਵਨਿਊ ਜਨਰੇਟ ਜਿਹੜਾ ਹੁੰਦਾ ਹੈਗਾ, ਇਹ ਲੋਕਲ ਗਵਰਨਮੈਂਟ ਦੇ ਕੋਲ ਇੱਥੇ ਜਾਂਦਾ ਹੈਗਾ। ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਕਿ ਉਹਨਾਂ ਨੇ ਆਪਣੇ ਨਾਗਰਿਕ ਨੂੰ ਕਿਵੇਂ ਸੇਫ ਕਰਨਾ ਹੈ ਤੇ ਡਿਸਟ੍ਰਿਕਟ ਵਾਲਿਆਂ ਦੀ ਜਿਹਦੀ ਵੀ ਹੈਲਪ ਲੈ ਕੇ ਇਸ ਸਮੱਸਿਆ ਨੂੰ ਹੱਲ ਕਰਨਾ ਤੁਰੰਤ ਸਮੇਂ ਦੀ ਇਸ ਵੇਲੇ
ਮੰਗ ਹੈਗੀ ਹੈ, ਲੋੜ ਹੈਗੀ ਹੈ, ਇਸ ਦੀ ਇੰਤਜ਼ਾਰ ਨਹੀਂ ਕੀਤੀ ਜਾ ਸਕਦੀ। ਨਾਗਰਿਕ ਦੀਆਂ ਜਾਨਾਂ ਨੂੰ ਖਤਰੇ 'ਚ नहीं पाया जा सकता। ਤੁਸੀਂ ਇਸ ਵੇਲੇ ਖਤਰਾ महसूस करते हो? बहुत जी बच्चे हैं, कहीं रात को आ गया अपन कहाँ भागेगा बंदा, टाइम लगेगा। जिस हिसाब से पानी यहाँ पर आया था 9 तारीख को, उस हिसाब से अगर कहीं पानी आ गया, रात को आ गया पानी, फिर तुम कहाँ जाएंगे? मतलब भागने का चांस भी नहीं मिलेगा। ਇਹ ਬਹੁਤ ਵੱਡੇ ਸਵਾਲ ਹੈ ਜਿਹੜਾ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿ ਰਿਹਾ, ਉਸੇ ਨੂੰ ਹੀ ਜਿਸ ਦੇ ਤਨ ਤੇ ਬੀਤਦੀ ਹੈ, ਜਿਸ ਦੇ ਮਨ ਤੇ ਬੀਤਦੀ ਹੈ, ਉਹੀ ਜਾਣਦਾ ਹੈ। ਇਹਨਾਂ ਦੀ ਜਗ੍ਹਾ ਖੜ ਕੇ ਵਿਚਾਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਤੁਰੰਤ ਇਹਨਾਂ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ। ਦਿਓ ਤੁਸੀਂ ਤੇ ਕੀ ਸਮੱਸਿਆ ਕੀ ਹੈ? ਅੱਜ ਪ੍ਰਭ ਆਸਰੇ ਮੁਖੀ ਭਾਈ ਸ਼ਮਸ਼ੇਰ ਸਿੰਘ ਪੜਿਆਲਾ ਜੀ ਵੀ ਆਏ ਹੋਏ ਹੈ। ਸਰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਸਾਡੀ ਸੁਰੱਖਿਆ ਕੀਤੀ ਜਾਵੇ। 2019 ਵਿੱਚ ਵੀ ਇੱਥੇ ਪਾਣੀ आया, 18 ਵਿੱਚ उस टाइम पे भी सभी प्रशासन आया यहाँ पे, लेकिन प्रशासन ने कोई भी अब तक एक्शन नहीं लेता। अब 9 मार्च अभी 23 को जब पानी आया है तो उस वक्त भी 9 जुलाई को तो उस वक्त भी मतलब प्रशासन 2 दिन बाद आया यहाँ पे, देखा सुना। हमने चिट्ठियाँ लिखी हैं, डिप्टी कमिश्नर को चिट्ठी लिखी है, एसडीएम को चिट्ठी लिखी है, चीफ मिनिस्टर को भी चिट्ठी डाली है हमने। लेकिन उसके बाद विधायक के फादर साहब से भी हम माजरी में जाके मिले हैं, उन्होंने भी ईओ साहब को बोला है कि ये काम करवाएं। लेकिन जब ईओ साहब से मिले हैं तो उन्होंने कहा कि ये काम जो है ड्रेनेज डिपार्टमेंट का काम है, तो उन्होंने बोला कि वहाँ से एनओसी आएगा तब हम कुछ कर पाएंगे। लेकिन आज 10-12 दिन हो गए, लेकिन कोई एनओसी नहीं आया और ना ही अभी तक कोई कार्रवाई हुई है। 12 मंदिर कॉलोनी में आप रह रहे हैं यहाँ पे, क्या अब आपको यहाँ पे रहते हुए डर महसूस होता है? डर, रात को इतना खौफ, हमें नींद नहीं आती रात के वक्त के, इतने घबराए हुए होते हैं, नींद नहीं आती है और बार बार उठ के हमें नदी की तरफ देखना पड़ता है कि कहीं पानी तो नहीं आ गया, हम भाग लें यहाँ से। जो आपका मकान है उसका आपने नक्शा पास करवाया था? नक्शा पास, हमारे नक्शे पास है, रजिस्ट्री है, नक्शा पास है और हम यहाँ प्रॉपर्टी टैक्स पे कर रहे हैं, बिजली पानी का पे कर रहे हैं, हमें कोई दिक्कत नहीं है। जब हमने मकान बनाया ना तो ड्रेनेज डिपार्टमेंट ने हमें रोका, ना एमसी ने रोका हमें, चुपचाप हर जगह हमारे काम होता रहा, इसलिए हमें कोई पता नहीं लगा कि ये नदी की जगह है। ठीक, अपना भाजी राजेश कुमार जी। भाजी यहाँ पर ठीक है जी, हमारा सारी फॉर्मेलिटी जो भी थी मकान की हर एक चीज़ ओके है, ठीक है, हमें कोई दिक्कत नहीं है इस चीज़ के लिए। पर जब 2018 में यहाँ पर पानी आया तो पानी ऐसा पानी आया कि यहाँ पर 3 मकान थे, यहाँ पर 3 मकान साथ में पानी भाग के ले गए यहाँ से, ठीक है जी। जो कुछ मकान थे पास में, उस मकानों में पानी अंदर आ गया था। फिर हमने प्रशासन से गुहार लगाई तो प्रशासन भी आया, उस टाइम सब प्रशासन यहाँ पर आया, जो भी जिनकी फॉर्मेलिटी सब आया, लेकिन काम किसी ने भी नहीं करा। अब जब दोबारा पानी यहाँ पर अभी आया 9 जुलाई को, तो उस पानी ने तो बहुत ही पूरी कॉलोनी के अंदर पानी था वो पानी। तो हम दोबारा जैसे ही प्रशासन में गए, हर एक प्रशासन से मतलब हमने बात करी है, तो प्रशासन कहता हम बात करेंगे मिलेंगे, जिसने भी करा करेंगे हम, लेकिन करा कुछ भी नहीं है उन्होंने। तो हम ये मांग करते हैं कि जिसकी भी गलती है, चाहे प्रशासन की गलती है, चाहे डीलर की गलती है, या किसी की भी गलती है, जिन्होंने ये कॉलोनी पास करी है, नदी के अंदर पास करी है, नदी थी नहीं थी हमें इस चीज़ का पता नहीं, लेकिन जब हम देख रहे हैं तो ये नदी है। तो हम ये चाहते हैं कि जिनका भी नुकसान हुआ है या आने, चलो हो गया, लेकिन जो आने वाला जो नुकसान जिसका हुआ है उससे हमें बचना चाहते हैं हम। जब आपने प्लाट लिया था तब आपको पता नहीं था भी यहाँ पे नदी, आपको क्या दिखाया गया था, क्या बोला गया था? अजी यहाँ पे नदी थी नहीं, यहाँ पे सिर्फ छोटा सा नाला था यहाँ पर, ठीक है जी। जो सामने वाली कॉलोनी है WICCS, जो कॉलोनी सामने वाली बनी हुई है, इसने तो जो भी हमारे सामने तो खुल था पूरा ये नाला, लेकिन उसने पूरा बंद कर दिया था ये। तो उस टाइम पानी भी कभी आया नहीं यहाँ पर, हम 2013 से यहाँ पे रह रहे हैं, तो कभी पानी भी यहाँ पे आया नहीं, लेकिन 2018 में पानी आया था यहाँ पर, तब पता लगा कि नदी जगह है। सरकार की ओर से कोई काम किया गया अभी नदी? सरकार की तरफ से कोई भी काम नहीं करा। सरकार से हमने प्रशासन से जितनी भी कहा कि हम नदी को साफ करो या जो भी करने वाला काम है, तो उन्होंने कभी भी नहीं करा कि हाँ चलो हम नदी को ही साफ करें, कभी नहीं हुआ ये काम। अच्छा, इस कॉलोनी में जो बंदे रह रहे हैं वो ज़्यादातर बिलोंग कहाँ से करते हैं? पंजाब से हैं या अलग अलग स्टेट से? पंजाब के भी हैं, उत्तराखंड के भी हैं, हिमाचल के भी हैं, सभी जगह से बाहर के लोकल भी हैं, मोस्टली बाहर के हैं। तो जैसे अभी यहाँ पे नई कॉलोनी भी कुछ करने वाली है, उसके बारे में क्या बोलेंगे आप लोगों से, क्या अपील करेंगे? हम तो ये अपील करेंगे जैसे हम मर रहे हैं तो वो ना मरे, हम तो फंसे गए हैं, हम चाहे प्रशासन ने हमें फंसा दिया, कैसे फंसाया, तो वो क्योंकि बढ़ने नहीं चाहिए वो।
ये अभी तो सिर्फ- बन गई है, लेकिन जब बन उन्होंने पैसा लगा देंगे फिर तो वो गए, जैसे हम मर रहे हैं अभी। ये सिर्फ आपने अपने मकान बनाने के लिए कोई लोन भी लिया है जी? हमने यहाँ पर जो लोग रह रहे हैं हाँ जी उन्होंने- लिए, सबने लिए हैं। कहते हैं कि ये जो मकान गिरने वाला है अब उस बंदे ने भी लोन लिया हुआ है। ये तो डीलर का मकान। वो जो अच्छा। जिसका पहले तो उसने लोन लिया था, लेकिन उसको चलो किसी ने वो कहीं और ले लिया उसने, अब ये डीलर के नाम पे हो गया है। जैसे कि आप इस कॉलोनी में रह रहे हैं, यहाँ पे हैं आप, यहाँ के बसिंदे हैं, क्या आपसे आपकी सरकार से ये भी मांग है कि इस कॉलोनी से हमें हटा के कहीं और बसाया जाए? बिल्कुल जी, जो भी कार्रवाई बनती है, चाहे कॉलोनी को जो भी उनका हक में होता है वो करें, लेकिन हमारे हक में होना चाहिए। कंपनसेशन वगैरह सरकार दे दे तो वो भी हमें मंजूर है कि आप यहाँ से कहीं और मकान बना लेंगे। बिल्कुल जी। ਤੇ ਨਦੀ ਦੇ ਵਿੱਚ ਇੱਕ ਕਲੋਨੀ ਕੱਟੀ ਹੋਈ ਸੀਗੀ, ਉਹਦੇ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਆਇਆ ਪਾਣੀ ਲੈ ਕੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਉਹ ਨਦੀ ਹੈਗੀ ਆ ਉਹ ਡਰੇਨੇਜ ਵਿਭਾਗ ਉਹਨੂੰ ਮੇਨਟੇਨ ਕਰਦਾ ਹੈਗਾ, ਉਹਦੇ ਅਧਿਕਾਰ ਖੇਤਰ 'ਚ ਹੈਗੀ ਹੈ। ਅਸੀਂ ਉਹਦੇ ਵਹਾਅ ਦੇ ਲਈ ਉਹਨੂੰ ਜਾਂ ਜਿਹੜੀ ਉਹਦੀ ਸਫਾਈ ਦੇ ਲਈ ਅਸੀਂ ਡਰੇਨੇਜ ਵਿਭਾਗ ਨੂੰ ਮੈਂ ਪਿਛਲੇ ਹਫਤੇ ਚਿੱਠੀ ਲਿਖੀ ਹੈਗੀ ਹੈ, ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈਗਾ। ਤੇ ਅਸੀਂ ਜਿਹੜੀ ਇਹਦੀ ਸਫਾਈ ਲਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੈਗਾ ਵੀ ਇਹਦੀ ਸਫਾਈ ਕਰਵਾਈ ਜਾਵੇ। ਤੇ ਸਰ ਜਿਹੜੀ ਨਦੀ ਦੇ ਨਾਲ ਕਲੋਨੀਆਂ ਕੱਟੀ ਗਈਆਂ ਉੱਥੇ ਨਕਸ਼ੇ ਵੀ ਪਾਸ ਹੋਏ ਹੋਏ ਲੋਕਾਂ ਦੇ, ਉਹ ਨਗਰ ਕੌਂਸਲ ਕੀ ਉਹਦਾ ਕੀ ਕੀਤਾ? ਉਹ ਨਕਸ਼ੇ ਅਸੀਂ ਰਿਕਾਰਡ ਮੰਗ ਰਹੇ ਹਾਂ ਉਹਨਾਂ ਤੋਂ, ਕਿੱਦਾਂ ਪਾਸ ਹੋਏ ਹੋਏ ਆ, ਉਹ ਕੀ ਹੈਗਾ। ਕਲੋਨੀ ਉਹ ਪਾਸ ਨਹੀਂ ਹੈਗੀ ਤੇ ਨਕਸ਼ੇ ਕਿਸ ਉਹਦੇ ਨਾਲ ਪਾਸ ਹੋਏ ਨੇ ਉਹਦੀ ਅਸੀਂ ਜਾਂਚ ਕਰ ਰਹੇ ਹਾਂ ਤੇ ਉਹਦੀ ਜਲਦੀ ਜਾਂਚ ਕਰਕੇ ਜੋ ਵੀ ਬਣਦਾ ਹੋਊਗਾ। ਇਹ ਸਭ ਜੇਕਰ ਫੇਰ ਵੀ ਦੁਬਾਰਾ ਹੜ੍ਹ ਆਉਂਦੇ ਆ ਜਾਂ ਪਾਣੀ ਦਾ ਬਹਾਅ ਵੱਧਦਾ ਹੈ ਤੇ ਕਿਸ ਤਰ੍ਹਾਂ ਬੰਦੋਬਸਤ ਕੀਤੇ ਜਾ ਸਕਦੇ ਨੇ, ਕੀ ਤਿਆਰੀਆਂ ਆਪਣੇ ਕੋਲ? ਅਸੀਂ ਉੱਥੋਂ ਪਾਣੀ ਦੇ ਲਈ ਉਹਨਾਂ ਨੂੰ ਆਪਣਾ ਡਰੇਨੇਜ ਵਿਭਾਗ ਨੂੰ ਲਿਖਿਆ ਵੀ ਉਹਦੀ ਜਿਹੜੀ ਸਫਾਈ ਕਰਵਾਈ ਜਾਵੇ ਇੱਕ, ਤੇ ਉਹਦੇ ਲਈ ਅਸੀਂ ਜੋ ਨਗਰ ਕੌਂਸਲ ਵੱਲੋਂ ਜੋ ਵੀ ਹੈਲਪ ਉਹ ਡਰੇਨੇਜ ਵਿਭਾਗ ਦੀ, ਕਿਉਂਕਿ ਉਹ ਹੈਗੀ ਨਦੀ ਹੈਗੀ ਬਰਸਾਤੀ ਨਦੀ, ਇਹ ਜਿਹੜਾ ਇਹਦਾ ਬਰਸਾਤੀ ਨਦੀ ਦਾ ਹੈਗਾ ਅਧਿਕਾਰ ਖੇਤਰ ਇਹ ਡਰੇਨੇਜ ਡਿਪਾਰਟਮੈਂਟ ਦਾ ਹੈਗਾ। ਤੇ ਅਸੀਂ ਉਹਨਾਂ ਨੂੰ ਜੋ ਵੀ ਹੈਲਪ ਨਗਰ ਕੌਂਸਲ ਵੱਲੋਂ ਚਾਹਣਗੇ ਅਸੀਂ ਉਹ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਹੈਲਪ ਦੇਵਾਂਗੇ ਤੇ ਅਸੀਂ ਉਹ ਡਰੇਨੇਜ ਵਿਭਾਗ ਨੂੰ ਉਹਦੇ ਲਈ ਭੇਜਿਆ ਹੈ। ਇਹ ਸਾਹਿਬ ਨਦੀ ਦੇ ਕਿਨਾਰੇ ਜਿਹੜੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਜਾਂ ਨਵੀਆਂ ਕੱਟਣੀਆਂ ਨੇ, ਕੱਟ ਹੋ ਰਹੀਆਂ ਨੇ, ਕੁਰਾਲੀ ਦੇ ਵਿੱਚ ਵੀ ਸੁਣਿਆ ਜਾ ਰਿਹਾ ਕਿ ਇੱਕ ਕਲੋਨੀ ਹੋਰ ਨਵੀਂ ਕੱਟਣ ਜਾ ਰਹੀ ਹੈ ਨਦੀ ਦੇ ਕਿਨਾਰੇ, ਇਸ ਤਰ੍ਹਾਂ ਦੀਆਂ ਕਲੋਨੀਆਂ ਬਾਰੇ ਆਪ ਲੋਕਾਂ ਨੂੰ ਕੀ ਦੇਖੋ ਜੋ ਪਹਿਲਾਂ ਹੋਇਆ ਮੈਨੂੰ ਉਹਦੇ ਬਾਰੇ ਮੈਂ ਕੋਈ ਵੀ ਇਹਦੇ ਨਹੀਂ ਕੋਈ ਕਮੈਂਟ ਕਰ ਸਕਦਾ, ਪਰ ਨਵੀਂ ਕੋਈ ਵੀ ਕਲੋਨੀ ਪਾਣੀ ਦੇ ਵਹਾਅ ਦੇ ਵਿੱਚ ਕੋਈ ਵੀ ਨਵੀਂ ਕਲੋਨੀ ਨਹੀਂ ਬਣੂਗੀ। ਨਦੀ ਦਾ ਜਿਹੜਾ ਵੀ ਜਿੰਨਾ ਵੀ ਵਹਾਅ ਹੈਗਾ, ਚਾਹੇ ਉਹ ਸਿਰਫ ਪ੍ਰਾਈਵੇਟ ਲੈਂਡ ਹੀ ਕਿਉਂ ਨਾ ਹੋਵੇ, ਉਹਦੇ ਵਿੱਚ ਕੋਈ ਵੀ ਕੰਸਟਰਕਸ਼ਨ ਕਿਸੇ ਤਰ੍ਹਾਂ ਦੀ ਵੀ ਕੰਸਟਰਕਸ਼ਨ ਕੋਈ ਕਲੋਨੀ ਨਹੀਂ ਬਣਦੀ। ਸਰ ਜਿਹੜਾ ਬੰਨ ਦੇ ਲਈ ਉਹ ਉਹਨਾਂ ਨੇ ਕਰਿਆ ਕਟਿੰਗ ਕਰੀ ਗਈ, ਕਟਿੰਗ ਕੀਤੀ ਹੋਈ ਹੈ, ਬੰਨ ਕੱਟ ਹੋਇਆ ਫਿਲਹਾਲ ਮੈਂ ਉਹਦਾ ਮੌਕਾ ਦੇਖਿਆ ਹੈਗਾ, ਪਰ ਉੱਥੇ ਕੋਈ ਹੈ ਨਹੀਂ ਇਦਾਂ ਦਾ, ਕੱਚਾ ਜਿਹਾ ਰਸਤਾ ਬਣਿਆ ਸੀ ਉਹ ਵੀ ਵਹਾਅ 'ਚ ਰੁੜ ਗਿਆ ਤੇ ਮੇਰੇ ਧਿਆਨ 'ਚ ਆਇਆ ਸੀਗਾ, ਤੇ ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕੰਸਟਰਕਸ਼ਨ ਨਹੀਂ ਹੋਣ ਦਿੱਤੀ ਜਾਊਗੀ।